ਸਤਿ ਸ਼੍ਰੀ ਅਕਾਲ। ਮੈਂ ਸੁਨੈਨਾ ਦੇਸ਼ ਦੁਨੀਆ ਦੇ ਖਬਰਾਂ ਤੁਸੀਂ ਦੇਖ ਰਹੇ ਹੋ। ਰੋਜ਼ਾਨਾ ਦੀ ਤਰ੍ਹਾਂ ਰੁਕ ਕਰਦੇ ਹਾਂ ਅੱਜ ਦੀ ਪਹਿਲੀ ਖਬਰ ਵੱਲ। ਪੰਜਾਬ 'ਚ ਅੱਜ 5 ਜ਼ਿਲ੍ਹਿਆਂ 'ਚ ਬਾਰਿਸ਼ ਦੀ ਭਵਿੱਖਬਾਣੀ ਕੀਤੀ ਗਈ ਹੈ। ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਨਵਾਂ ਸ਼ਹਿਰ ਤੇ ਰੂਪਨਗਰ 'ਚ ਵੱਖ-ਵੱਖ ਥਾਵਾਂ ਤੇ ਬਾਰਿਸ਼ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ ਬਾਕੀ ਸਭ ਜ਼ਿਲ੍ਹਿਆਂ 'ਚ ਮੌਸਮ ਸਾਫ਼ ਰਹਿਣ ਦੀ ਸੰਭਾਵਨਾ ਹੈ। 28 ਅਗਸਤ ਨੂੰ ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਨਵਾਂ ਸ਼ਹਿਰ ਤੇ ਰੂਪਨਗਰ 'ਚ ਵੱਖ-ਵੱਖ ਥਾਵਾਂ ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਦੀ ਸੰਭਾਵਨਾ। 29 ਅਗਸਤ ਨੂੰ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਹੁਸ਼ਿਆਰਪੁਰ, ਨਵਾਂ ਸ਼ਹਿਰ, ਕਪੂਰਥਲਾ, ਜਲੰਧਰ, ਲੁਧਿਆਣਾ, ਫਤਿਹਗੜ੍ਹ ਸਾਹਿਬ, ਰੂਪਨਗਰ, ਪਟਿਆਲਾ ਤੇ ਐਸਐਸ ਨਗਰ, ਮੋਹਾਲੀ 'ਚ ਵੱਖ-ਵੱਖ ਥਾਵਾਂ ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। 30 ਅਗਸਤ ਨੂੰ ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਨਵਾਂ ਸ਼ਹਿਰ, ਰੂਪਨਗਰ ਤੇ ਐਸਐਸ ਨਗਰ, ਮੋਹਾਲੀ 'ਚ ਕੁਝ ਥਾਵਾਂ ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਅੰਮ੍ਰਿਤਸਰ, ਤਰਨਤਾਰਨ, ਕਪੂਰਥਲਾ, ਜਲੰਧਰ, ਲੁਧਿਆਣਾ, ਬਰਨਾਲਾ, ਸੰਗਰੂਰ, ਫਤਿਹਗੜ੍ਹ ਸਾਹਿਬ ਤੇ ਪਟਿਆਲਾ 'ਚ ਵੱਖ-ਵੱਖ ਥਾਵਾਂ ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਬੀਤੇ ਦਿਨ ਪੰਜਾਬ ਦੇ ਔਸਤ ਵੱਧ ਤਾਪਮਾਨ 'ਚ 0.1 ਡਿਗਰੀ ਸੈਲਸੀਅਸ ਦੀ ਗਿਰਾਵਟ ਦਰਜ ਕੀਤੀ ਗਈ ਹੈ। ਹਾਲਾਂਕਿ ਇਹ ਆਮ ਦੇ ਨਾਲੋਂ 1.9 ਡਿਗਰੀ ਸੈਲਸੀਅਸ ਵੱਧ ਬਣਿਆ ਹੋਇਆ। ਬੀਤੇ ਦਿਨ ਸਭ ਤੋਂ ਵੱਧ ਤਾਪਮਾਨ ਬਠਿੰਡਾ 'ਚ ਦਰਜ ਕੀਤਾ ਗਿਆ, ਜੋ ਕਿ 38 ਡਿਗਰੀ ਸੈਲਸੀਅਸ ਰਿਹਾ। ਪੰਜਾਬ ਦੇ ਵਿੱਚ ਮਹਿੰਗਾਈ ਭੱਤੇ ਡੀਏ ਦੀ ਮੰਗ ਨੂੰ ਲੈ ਕੇ ਲਗਭਗ 3 ਲੱਖ ਸਰਕਾਰੀ ਕਰਮਚਾਰੀ 27 ਅਗਸਤ ਨੂੰ ਸਮੂਹਿਕ ਛੁੱਟੀ ਤੇ ਰਹਿੰਦਿਆਂ ਮਹਾਬੰਦ ਦਾ ਹਿੱਸਾ ਬਣਨਗੇ। ਹਾਲਾਂਕਿ ਕਰਮਚਾਰੀਆਂ ਦੀ ਰੋਜ਼ਾ ਸਮੂਹਿਕ ਹੜਤਾਲ ਦਾ ਆਮ ਜਨਜੀਵਨ ਤੇ ਕੋਈ ਅਸਰ ਨਹੀਂ ਪਵੇਗਾ, ਪਰ ਕਿਸੇ ਵੀ ਸਰਕਾਰੀ ਦਫ਼ਤਰ ਦੇ ਵਿੱਚ ਕੋਈ ਕੰਮਕਾਜ ਨਹੀਂ ਹੋਵੇਗਾ। ਪੰਜਾਬ ਸਿਵਲ ਸਕੱਤਰੇਤ ਸਟਾਫ ਐਸੋਸੀਏਸ਼ਨ ਅਤੇ ਸਾਂਝਾ ਮੁਲਾਜ਼ਮ ਮੰਚ ਪੰਜਾਬ ਦੇ ਪ੍ਰਧਾਨ ਸੁਖਚੈਨ ਸਿੰਘ ਖਹਿਰਾ ਨੇ ਕਿਹਾ ਕਿ ਮਹਾਬੰਦ 'ਚ ਸੀਨੀਅਰ ਅਧਿਕਾਰੀਆਂ ਦੇ ਨਾਲ ਤਾਇਨਾਤ ਸਰਕਾਰੀ ਵਾਹਨਾਂ ਦੇ ਡਰਾਈਵਰ ਵੀ ਸ਼ਾਮਿਲ ਹੋਣਗੇ। ਅਜਿਹੇ ਦੇ ਵਿੱਚ ਅਧਿਕਾਰੀਆਂ ਨੂੰ ਜਾਂ ਤਾਂ ਖੁਦ ਵਾਹਨ ਚਲਾਉਣੇ ਪੈਣਗੇ ਜਾਂ ਫਿਰ ਨਿੱਜੀ ਚਾਲਕਾਂ ਦੀਆਂ ਸੇਵਾਵਾਂ ਲੈਣੀਆਂ ਪੈਣਗੀਆਂ। ਦੂਜੇ ਪਾਸੇ ਪੰਜਾਬ ਸਿਵਲ ਸਰਵਿਸ ਅਧਿਕਾਰੀਆਂ ਨੇ ਵੀ ਕਰਮਚਾਰੀਆਂ ਦੀ ਮੰਗ ਅਤੇ ਹੜਤਾਲ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ। ਪੀਸੀਐਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਦਫ਼ਤਰਾਂ ਦੇ ਵਿੱਚ ਪਹੁੰਚਣਗੇ, ਪਰ ਕਰਮਚਾਰੀਆਂ ਦੇ ਸਮਰਥਨ ਦੇ ਵਿੱਚ ਕੋਈ ਸਰਕਾਰੀ ਕੰਮਕਾਜ ਨਹੀਂ ਕਰਨਗੇ। ਸਿਹਤ ਸੇਵਾਵਾਂ ਨੂੰ ਇਸ ਹੜਤਾਲ ਤੋਂ ਵੱਖ ਰੱਖਿਆ ਗਿਆ ਤੇ ਸਿਹਤ ਸੇਵਾਵਾਂ ਤੇ ਹੜਤਾਲ ਦਾ ਅਸਰ ਨਹੀਂ ਪਵੇਗਾ। ਇਸ ਹੜਤਾਲ ਦਾ ਜਨਤਕ ਟਰਾਂਸਪੋਰਟ ਸੇਵਾਵਾਂ ਤੇ ਵੀ ਅਸਰ ਨਹੀਂ ਪਵੇਗਾ। ਇਸੇ ਤਰ੍ਹਾਂ ਸੂਬੇ ਦੇ ਬਾਜ਼ਾਰ, ਦੁਕਾਨਾਂ ਤੇ ਆਮ ਜਨਜੀਵਨ ਵੀ ਇਸ ਮਹਾਬੰਦ ਕਾਰਨ ਪ੍ਰਭਾਵਿਤ ਨਹੀਂ ਹੋਣਗੇ। ਕਰਮਚਾਰੀਆਂ ਦੀਆਂ ਮੁੱਖ ਮੰਗਾਂ ਦੇ ਵਿੱਚ ਬਕਾਇਆ 18% ਡੀਏ ਦੀਆਂ ਕਿਸ਼ਤਾਂ ਤੇ ਬਕਾਇਆ ਜਾਰੀ ਕਰਨਾ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨਾ, ਠੇਕਾ ਕਰਮਚਾਰੀਆਂ ਨੂੰ ਪੱਕਾ ਕਰਨਾ ਤੇ ਹੋਰ ਸੇਵਾ ਨਾਲ ਸੰਬੰਧਿਤ ਮੰਗਾਂ ਸ਼ਾਮਿਲ ਨੇ। ਮੁੰਬਈ ਮਹਾਨਗਰ ਖੇਤਰ ਦੇ ਵਿੱਚ ਆਟੋ ਰਿਕਸ਼ਾ ਤੇ ਕਾਲੀ ਪੀਲੀ ਟੈਕਸੀ ਦੇ ਰਾਹੀਂ ਸਫ਼ਰ ਕਰਨ ਵਾਲੇ ਮੁਸਾਫਰਾਂ ਨੂੰ ਹੁਣ ਆਪਣੀ ਜੇਬ ਹੋਰ ਢਿੱਲੀ ਕਰਨੀ ਪਵੇਗੀ। ਮਹਾਰਾਸ਼ਟਰ ਸਰਕਾਰ ਨੇ ਕਿਰਾਏ ਦੇ ਵਿੱਚ ਸੋਧ ਨੂੰ ਮਨਜ਼ੂਰੀ ਦੇ ਦਿੱਤੀ, ਜਿਸ ਤਹਿਤ ਨਵੀਆਂ ਦਰਾਂ 1 ਸਤੰਬਰ 2026 ਤੋਂ ਲਾਗੂ ਹੋਣਗੀਆਂ। ਨਵੀਂ ਦਰਾਂ ਲਾਗੂ ਹੋਣ ਤੋਂ ਬਾਅਦ ਸ਼ੁਰੂਆਤੀ 1.5 ਕਿਲੋਮੀਟਰ ਦੇ ਸਫ਼ਰ ਲਈ ਟੈਕਸੀ ਦਾ ਘੱਟੋ-ਘੱਟ ਕਿਰਾਇਆ 31 ਰੁਪਏ ਤੋਂ ਵੱਧ ਕੇ 33 ਰੁਪਏ ਹੋ ਜਾਵੇਗਾ। ਇਸੇ ਤਰ੍ਹਾਂ ਆਟੋ ਰਿਕਸ਼ਾ ਦਾ ਘੱਟੋ-ਘੱਟ ਕਿਰਾਇਆ 26 ਰੁਪਏ ਤੋਂ ਵੱਧ ਕੇ 27 ਰੁਪਏ ਹੋ ਜਾਵੇਗਾ। ਘੱਟੋ-ਘੱਟ ਦੂਰੀ ਤੈਅ ਕਰਨ ਤੋਂ ਬਾਅਦ ਸਫ਼ਰ ਕਰਨਾ ਵੀ ਮਹਿੰਗਾ ਹੋਵੇਗਾ। ਟੈਕਸੀ ਦਾ ਪ੍ਰਤੀ ਕਿਲੋਮੀਟਰ ਕਿਰਾਇਆ 20.66 ਰੁਪਏ ਤੋਂ ਵੱਧ ਕੇ 21.90 ਰੁਪਏ ਤੇ ਆਟੋ ਰਿਕਸ਼ਾ ਲਈ ਇਹ ਦਰ 17.14 ਰੁਪਏ ਤੋਂ ਵੱਧ ਕੇ 18.22 ਰੁਪਏ ਪ੍ਰਤੀ ਕਿਲੋਮੀਟਰ ਤੈਅ ਕੀਤੀ ਗਈ ਹੈ। ਔਰਤਾਂ ਸਟੇਟ ਬੈਂਕ ਆਫ ਇੰਡੀਆ ਐਸਬੀਆਈ ਦੀ ਸਤਰੀ ਸ਼ਕਤੀ ਯੋਜਨਾ ਦੇ ਰਾਹੀਂ ਆਪਣਾ ਕਾਰੋਬਾਰ ਸ਼ੁਰੂ ਕਰ ਸਕਦੇ ਨੇ। ਇਸ ਯੋਜਨਾ ਦੇ ਵਿੱਚ ਵਪਾਰ ਅਤੇ ਸੇਵਾ ਖੇਤਰਾਂ ਦੇ ਸਮੇਤ ਕਈ ਤਰ੍ਹਾਂ ਦੀਆਂ ਕਾਰੋਬਾਰੀ ਗਤੀਵਿਧੀਆਂ ਸ਼ਾਮਿਲ ਨੇ। ਇਸ ਤੋਂ ਇਲਾਵਾ ਖਾਸ ਕਾਰੋਬਾਰਾਂ ਲਈ ਵੀ ਵਿਸ਼ੇਸ਼ ਯੋਜਨਾਵਾਂ ਮੌਜੂਦ ਨੇ, ਜਿਵੇਂ ਕਿ ਅਨਪੂਰਨਾ ਕੈਟਰਿੰਗ, ਭੋਜਨ ਸੰਬੰਧੀ ਅਤੇ ਸ਼ਿੰਗਾਰ, ਬਿਊਟੀ ਪਾਰਲਰ, ਯੋਗ ਮਹਿਲਾ ਉਦਮੀ 2 ਕਰੋੜ ਰੁਪਏ ਤੱਕ ਦੇ ਕਰਜ਼ਿਆਂ ਤੇ ਵਿਆਜ ਦਰਾਂ ਦੇ ਵਿੱਚ ਛੋਟ ਦਾ ਲਾਭ ਵੀ ਲੈ ਸਕਦੇ ਨੇ। ਇਸ ਯੋਜਨਾ ਦੇ ਬਾਰੇ ਪੂਰੀ ਜਾਣਕਾਰੀ ਹੇਠਾਂ ਦਿੱਤੀ ਗਈ ਹੈ। ਜੇਕਰ ਤੁਸੀਂ ਇੱਕ ਔਰਤ ਹੋ ਅਤੇ ਆਪਣਾ ਕਾਰੋਬਾਰ ਸ਼ੁਰੂ ਕਰਨ ਪਹਿਲਾਂ ਤੋਂ ਚੱਲ ਰਹੇ ਕਾਰੋਬਾਰ ਨੂੰ ਵਧਾਉਣ ਦੀ ਤਿਆਰੀ ਕਰ ਰਹੇ ਹੋ ਤਾਂ ਭਾਰਤੀ ਸਟੇਟ ਬੈਂਕ ਐਸਬੀਆਈ ਦੀ ਇਸਤਰੀ ਸ਼ਕਤੀ ਯੋਜਨਾ ਤੁਹਾਡੇ ਕੰਮ ਆ ਸਕਦੀ ਹੈ। ਇਸ ਯੋਜਨਾ ਦਾ ਮਕਸਦ ਔਰਤਾਂ ਨੂੰ ਕਾਰੋਬਾਰ ਲਈ ਆਸਾਨੀ ਦੇ ਨਾਲ ਵਿੱਤੀ ਮਦਦ ਮੁਹੱਈਆ ਕਰਵਾਉਣਾ। ਇਸ ਤਹਿਤ ਮੈਨੂਫੈਕਚਰਿੰਗ, ਟ੍ਰੇਡਿੰਗ ਅਤੇ ਸਰਵਿਸ ਵਰਗੇ ਵੱਖ-ਵੱਖ ਖੇਤਰਾਂ ਦੇ ਵਿੱਚ ਕੰਮ ਕਰਨ ਵਾਲੀਆਂ ਔਰਤਾਂ ਨੂੰ ਕਰਜ਼ਾ ਦਿੱਤਾ ਜਾ ਸਕਦਾ। ਇਸ ਯੋਜਨਾ ਦੇ ਤਹਿਤ ਔਰਤਾਂ ਨੂੰ ਲੋੜ ਅਨੁਸਾਰ 25 ਕਰੋੜ ਰੁਪਏ ਤੱਕ ਦਾ ਕਰਜ਼ਾ ਮਿਲ ਸਕਦਾ। ਇਸ ਦੇ ਵਿੱਚ ਕਾਰਜਸ਼ੀਲ ਪੂੰਜੀ, ਭਾਵ ਰੋਜ਼ਾਨਾ ਕਾਰੋਬਾਰ ਖਰਚਿਆਂ ਨੂੰ ਚਲਾਉਣ ਲਈ ਪੈਸਾ ਅਤੇ ਟਰਮ ਲੋਨ ਦੋਵੇਂ ਸ਼ਾਮਿਲ ਨੇ। ਹਾਲਾਂਕਿ ਕਰਜ਼ੇ ਦੀ ਰਕਮ ਕਾਰੋਬਾਰ ਲੋੜ ਅਤੇ ਬੈਂਕ ਦੇ ਵਿਸ਼ਲੇਸ਼ਣ ਤੇ ਡਿਪੈਂਡ ਕਰੇਗੀ। ਬੈਂਕ ਦੇ ਵੱਲੋਂ ਕਾਰੋਬਾਰ ਦੀ ਸਥਿਤੀ ਤੇ ਯੋਗਤਾ ਦੇਖਣ ਤੋਂ ਬਾਅਦ ਕਰਜ਼ਾ ਤੈਅ ਕੀਤਾ ਜਾਵੇਗਾ। ਵੱਡੇ ਕਾਰੋਬਾਰਾਂ ਲਈ 2 ਕਰੋੜ ਰੁਪਏ ਤੋਂ ਵੱਧ ਦੇ ਕਰਜ਼ੇ ਤੇ ਵਿਆਜ ਦਰ ਕ੍ਰੈਡਿਟ ਰੇਟਿੰਗ ਦੇ ਆਧਾਰ ਤੇ ਤੈਅ ਹੋ ਸਕਦੀ ਹੈ। ਕਿਸਾਨਾਂ ਲਈ ਵੱਡੀ ਖਬਰ ਹੈ। ਜੇਕਰ ਤੁਸੀਂ ਕਰਜ਼ਾ ਲਿਆ ਤਾਂ ਤੁਹਾਨੂੰ ਸਰਕਾਰ ਤੋਂ ਰਾਹਤ ਮਿਲਣ ਵਾਲੀ ਹੈ। ਰਾਜ ਸਰਕਾਰ ਨੇ ਪੁੰਜ ਸ਼ਲੋਕ ਅਹਿਲਿਆ ਦੇਵੀ ਹੋਲਕਰ ਸ਼ੇਤਕਰੀ ਕਰਜ਼ ਮੁਕਤੀ ਯੋਜਨਾ ਤਹਿਤ ਕਰਜ਼ਾ ਮਾਫੀ ਦੀ ਦੂਜੀ ਕਿਸ਼ਤ ਜਾਰੀ ਕਰ ਦਿੱਤੀ ਹੈ। ਇਸ ਪੜਾਅ ਦੇ ਵਿੱਚ ਲਗਭਗ 5086 ਕਰੋੜ ਦੇ ਲਾਭ ਕਿਸਾਨਾਂ ਨੂੰ ਦਿੱਤੇ ਗਏ ਨੇ। ਇਹ ਰਕਮ ਸਿੱਧੇ ਜੋ ਕਿਸਾਨਾਂ ਦੇ ਬੈਂਕ ਖਾਤਿਆਂ ਦੇ ਵਿੱਚ ਟ੍ਰਾਂਸਫਰ ਕਰ ਦਿੱਤੀ ਗਈ ਹੈ। ਇਸ ਕਿਸ਼ਤ ਸੰਬੰਧੀ ਵੇਰਵੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਦੀ ਮੌਜੂਦਗੀ ਦੇ ਵਿੱਚ ਐਲਾਨ ਕੀਤੇ ਗਏ ਸਨ। ਇਸ ਤੋਂ ਪਹਿਲਾਂ ਪਹਿਲੀ ਕਿਸ਼ਤ 7 ਅਗਸਤ ਨੂੰ ਜਾਰੀ ਕੀਤੀ ਗਈ ਸੀ। ਉਸ ਸਮੇਂ ਸਰਕਾਰ ਨੇ ਕਿਸਾਨਾਂ ਲਈ 5029 ਕਰੋੜ ਜਾਰੀ ਕੀਤੇ ਸਨ।
ਦੋਵਾਂ ਕਿਸ਼ਤਾਂ ਨੂੰ ਮਿਲਾ ਕੇ ਕੁੱਲ ਕਿਸਾਨਾਂ ਨੂੰ ਹੁਣ ਤੱਕ 10,115 ਕਰੋੜ ਦੇ ਕਰਜ਼ਾ ਮਾਫੀ ਦੇ ਲਾਭ ਪ੍ਰਾਪਤ ਹੋਏ ਨੇ। ਸਰਕਾਰ ਦਾ ਕਹਿਣਾ ਹੈ ਕਿ ਇਸ ਯੋਜਨਾ ਤਹਿਤ ਬਾਕੀ ਜੋ ਕਿਸਾਨਾਂ ਨੂੰ ਪੜਾਅਵਾਰ ਰਾਹਤ ਪ੍ਰਦਾਨ ਕੀਤੀ ਜਾਂਦੀ ਰਹੇਗੀ। 2 ਲੱਖ ਰੁਪਏ ਤੱਕ ਦੇ ਕਰਜ਼ੇ ਮਾਫ ਕੀਤੇ ਜਾਣਗੇ। ਮਹਾਰਾਸ਼ਟਰ ਸਰਕਾਰ ਨੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਿਸਾਨ ਕਰਜ਼ਾ ਮਾਫ ਕਰਨ ਦਾ ਵਾਅਦਾ ਕੀਤਾ ਸੀ। ਇਸ ਤੋਂ ਬਾਅਦ ਕਿਸਾਨ ਸੰਗਠਨਾਂ ਦੀਆਂ ਮੰਗਾਂ ਤੇ ਵਿਰੋਧ ਪ੍ਰਦਰਸ਼ਨਾਂ ਤੋਂ ਬਾਅਦ ਯੋਜਨਾ ਨੂੰ ਲਾਗੂ ਕਰਨ ਦੀ ਪ੍ਰਕਿਰਿਆ ਅੱਗੇ ਵਧਾਈ ਗਈ। ਸਰਕਾਰ ਨੇ ਕਿਸਾਨਾਂ ਲਈ 2 ਲੱਖ ਰੁਪਏ ਤੱਕ ਦੇ ਕਰਜ਼ੇ ਮਾਫ ਕਰਨ ਦਾ ਫੈਸਲਾ ਕੀਤਾ। ਪਿਆਜ਼ ਦੀਆਂ ਵੱਧਦੀਆਂ ਕੀਮਤਾਂ ਨੂੰ ਠੱਲ ਪਾਉਣ ਲਈ ਕੇਂਦਰ ਸਰਕਾਰ ਵੀਰਵਾਰ ਤੋਂ ਦਿੱਲੀ 'ਚ ਬਫਰ ਸਟਾਕ ਦਾ ਪਿਆਜ਼ 35 ਰੁਪਏ ਪ੍ਰਤੀ ਕਿਲੋ ਦੀ ਛੋਟ ਵਾਲੀ ਦਰ ਤੇ ਵੇਚੇਗੀ। ਦੇਸ਼ ਦੇ ਕਈ ਸ਼ਹਿਰਾਂ 'ਚ ਪਿਆਜ਼ ਦੀਆਂ ਪਰਚੂਨ ਕੀਮਤਾਂ 55 ਤੋਂ 60 ਰੁਪਏ ਪ੍ਰਤੀ ਕਿਲੋ ਤੱਕ ਪਹੁੰਚ ਗਏ ਨੇ। ਖਪਤਕਾਰ ਮਾਮਲਿਆਂ ਦੇ ਮੰਤਰਾਲਾ ਦੇ ਇੱਕ ਸੀਨੀਅਰ ਅਧਿਕਾਰੀ ਨੇ ਬੁੱਧਵਾਰ ਨੂੰ ਕਿਹਾ ਕਿ ਕੇਂਦਰੀ ਖੁਰਾਕ ਮੰਤਰੀ ਪ੍ਰਹਲਾਦ ਜੋਸ਼ੀ ਦਿੱਲੀ 'ਚ ਪਿਆਜ਼ ਦੀ ਸਬਸਿਡੀ ਵਾਲੀ ਵਿਕਰੀ ਸ਼ੁਰੂ ਕਰਨਗੇ। ਸਰਕਾਰ ਨੇ 2026 ਲਈ ਕੁੱਲ 1.21 ਲੱਖ ਟਨ ਪਿਆਜ਼ ਦਾ ਬਫਰ ਸਟਾਕ ਬਣਾਇਆ ਸੀ। ਇਸ ਲਈ ਹੁਣ ਬਚੇ ਸਟਾਕ 'ਚੋਂ ਪਿਆਜ਼ ਜਾਰੀ ਕੀਤੇ ਜਾਣਗੇ। ਇਹ ਪਰਚੂਨ ਵਿਕਰੀ 3 ਏਜੰਸੀਆਂ ਦੇ ਵੱਲੋਂ ਸੰਭਾਲੀ ਜਾਵੇਗੀ। ਰਾਸ਼ਟਰੀ ਖੇਤੀਬਾੜੀ ਸਹਿਕਾਰੀ ਮਾਰਕੀਟਿੰਗ ਫੈਡਰੇਸ਼ਨ ਆਫ ਇੰਡੀਆ, ਰਾਸ਼ਟਰੀ ਸਹਿਕਾਰੀ ਖਪਤਕਾਰ ਫੈਡਰੇਸ਼ਨ ਆਫ ਇੰਡੀਆ ਤੇ ਕੇਂਦਰੀ ਗੋਦਾਮ ਦੇ ਪ੍ਰਬੰਧ ਨਿਰਦੇਸ਼ਕ ਅਨੀਸ਼ ਜੋਸਫ ਚੰਦਰਾ ਨੇ ਕਿਹਾ ਕਿ ਅਸੀਂ ਵੀਰਵਾਰ ਦਿੱਲੀ 'ਚ ਵਿਕਰੀ ਸ਼ੁਰੂ ਕਰਾਂਗੇ। ਹਫ਼ਤੇ ਦੇ ਐਂਡ ਤੱਕ ਇਸ ਨੂੰ NCR ਖੇਤਰ ਤੱਕ ਫੈਲਾਵਾਂਗੇ। ਸਰਕਾਰ ਕੋਲ ਲਗਭਗ 62,000 ਟਨ ਪਿਆਜ਼ ਦਾ ਬਫਰ ਸਟਾਕ ਅਜੇ, ਇਸ ਤੋਂ 400 ਟਨ ਮਹਾਰਾਸ਼ਟਰ ਦੇ ਨਾਸਿਕ ਤੋਂ ਦਿੱਲੀ ਤੱਕ ਰੇਲ ਰਾਹੀਂ ਲਿਆਂਦਾ ਜਾ ਰਿਹਾ। ਖੰਡ ਦੀਆਂ ਵੱਧਦੀਆਂ ਕੀਮਤਾਂ ਦੇ ਵਿਚਕਾਰ ਇਥਾਨੋਲ ਦੀ ਵੱਧਦੀ ਮੰਗ ਹੁਣ ਪੋਲਟਰੀ ਸੈਕਟਰ ਤੇ ਪ੍ਰਭਾਵ ਪਾ ਰਹੀ ਹੈ। ਇਥਾਨੋਲ ਉਤਪਾਦਨ ਲਈ ਮੱਕੀ ਦੀ ਵੱਧਦੀ ਖਪਤ ਨੇ ਪੋਲਟਰੀ ਫੀਡ ਦੀ ਲਾਗਤ ਵਧਾ ਦਿੱਤੀ ਹੈ, ਜਿਸ ਦਾ ਸਿੱਧਾ ਅਸਰ ਅੰਡੇ ਦੀਆਂ ਕੀਮਤਾਂ ਤੇ ਪਿਆ। ਪਿਛਲੇ ਸਾਲ ਅੰਡੇ ਦੀਆਂ ਕੀਮਤਾਂ ਦੇ ਵਿੱਚ ਲਗਭਗ 35-40% ਦਾ ਵਾਧਾ ਹੋਇਆ ਤੇ ਸਰਦੀਆਂ ਦੇ ਵਿੱਚ ਮੰਗ ਵਧਣ ਦੇ ਨਾਲ ਹੋਰ ਵਾਧੇ ਦੀ ਉਮੀਦ ਹੈ। ਰਾਸ਼ਟਰੀ ਅੰਡਾ ਤਾਲਮੇਲ ਕਮੇਟੀ ਦੇ ਅੰਕੜੇ ਦੇ ਅਨੁਸਾਰ ਫਾਰਮ ਪੱਧਰ ਤੇ ਇੱਕ ਅੰਡੇ ਦੀ ਕੀਮਤ ਲਗਭਗ 7 ਤੱਕ ਪਹੁੰਚ ਗਈ, ਜਦੋਂ ਕਿ ਇਹ ਪਰਚੂਨ ਬਾਜ਼ਾਰ ਦੇ ਵਿੱਚ ਲਗਭਗ 8.50 ਤੋਂ 9 ਰੁਪਏ 'ਚ ਵਿਕ ਰਿਹਾ। ਸਰਕਾਰ ਦੀ ਇਥਾਨੋਲ ਮਿਸ਼ਰਣ ਨੀਤੀ ਪੈਟਰੋਲ ਦੇ ਨਾਲ ਬਾਇਓਫਿਊਲ ਦੇ ਵਧੇ ਹੋਏ ਮਿਸ਼ਰਣ ਤੇ ਜ਼ੋਰ ਦੇ ਰਹੀ ਹੈ। ਇਸ ਦੇ ਨਾਲ ਇਥਾਨੋਲ ਉਤਪਾਦਨ ਲਈ ਗੰਨੇ ਦੇ ਨਾਲ ਮੱਕੀ ਦੀ ਮੰਗ ਦੇ ਵਿੱਚ ਤੇਜ਼ੀ ਦੇ ਨਾਲ ਵਾਧਾ ਹੋਇਆ। ਉਦਯੋਗ ਦੇ ਅੰਕੜਿਆਂ ਦੇ ਅਨੁਸਾਰ ਦੇਸ਼ ਦੇ ਕੁੱਲ ਮੱਕੀ ਉਤਪਾਦਨ ਦਾ ਲਗਭਗ 37% ਹੁਣ ਇਥਾਨੋਲ ਡਿਸਟਿਲਰੀਆਂ ਦੇ ਵਿੱਚ ਵਰਤਿਆ ਜਾਂਦਾ। ਭਾਰਤ ਦਾ ਕੁੱਲ ਮੱਕੀ ਉਤਪਾਦਨ ਲਗਭਗ 43.4 ਮਿਲੀਅਨ ਟਨ ਹੋਣ ਦਾ ਅਨੁਮਾਨ ਹੈ, ਜਿਸ ਦੇ ਵਿੱਚ ਲਗਭਗ 17 ਮਿਲੀਅਨ ਟਨ ਇਥਾਨੋਲ ਉਤਪਾਦਨ ਲਈ ਵਰਤਿਆ ਜਾ ਰਿਹਾ। ਨੇਪਾਲ ਤਿੱਬਤ ਸਰਹੱਦ ਤੇ ਆਏ ਅਚਾਨਕ ਹੜ੍ਹ ਦੇ ਕਾਰਨ 160 ਲੋਕਾਂ ਦੀ ਮੌਤ ਹੋ ਗਈ ਹੈ। ਜੀ ਹਾਂ, ਨੇਪਾਲ ਦੇ ਵਿੱਚ 157 ਅਤੇ ਤਿੱਬਤ ਦੇ ਵਿੱਚ 3 ਲੋਕਾਂ ਦੀ ਜਾਨ ਚਲੀ ਗਈ, ਜਦਕਿ 1000 ਤੋਂ ਵੱਧ ਲੋਕ ਲਾਪਤਾ ਨੇ। ਹੜ੍ਹ ਨੇ 19 ਪੁਲਾਂ, ਲਗਭਗ 40 ਕਿਲੋਮੀਟਰ ਸੜਕਾਂ ਤੇ 13 ਪਨ ਬਿਜਲੀ ਪ੍ਰੋਜੈਕਟਾਂ ਨੂੰ ਤਬਾਹ ਕਰ ਦਿੱਤਾ। ਹੜ੍ਹ ਦਾ ਪਾਣੀ ਲਗਭਗ 30 ਫੁੱਟ ਦੀ ਉਚਾਈ ਤੱਕ ਪਹੁੰਚ ਗਿਆ। ਤੇਜ਼ ਵਹਾਅ ਦੇ ਕਾਰਨ ਘਰ, ਵਾਹਨ ਅਤੇ ਸਰਕਾਰੀ ਢਾਂਚੇ ਰੁੜ ਗਏ। ਸ਼ੁਰੂ ਦੇ ਵਿੱਚ ਮੰਨਿਆ ਗਿਆ ਸੀ ਕਿ ਹੜ੍ਹ ਤੋਂ ਪਹਿਲਾਂ ਭੂਚਾਲ ਆਇਆ ਸੀ, ਪਰ US ਜਿਓਲੋਜੀਕਲ ਸਰਵੇ ਦੇ ਅਨੁਸਾਰ ਚੀਨ ਵਾਲੇ ਪਾਸਿਓਂ ਪਹਾੜ ਦਾ ਇੱਕ ਵੱਡਾ ਹਿੱਸਾ ਢਹਿ ਕੇ ਲੈਂਡੇ ਦਰਿਆ ਦੇ ਵਿੱਚ ਡਿੱਗਿਆ ਸੀ। ਇਸ ਭੂ ਖਿਸਕਣ ਦੇ ਕਾਰਨ 5.2 ਤੀਬਰਤਾ ਵਾਲੇ ਭੂਚਾਲ ਵਰਗਾ ਝਟਕਾ ਮਹਿਸੂਸ ਕੀਤਾ ਗਿਆ। ਇਸ ਸੰਦੇਸ਼ ਤੋਂ ਨੇ ਖਬਰਾਂ ਹੁਣ ਮੈਨੂੰ ਇਜਾਜ਼ਤ। ਧੰਨਵਾਦ। ਸਤਿ ਸ਼੍ਰੀ ਅਕਾਲ।